ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਕਿਉਂਕਿ ਬਿਰਤੀਆਂ ਖਿਲਰੀਆਂ ਹੋਈਆਂ ਹਨ, ਖਿਆਲ ਖਿਲਰੇ ਹੋਏ ਹਨ। ਇਹਨਾਂ ਖਿਆਲਾਂ ਨੂੰ ਆ ਦੁਨੀਆ ਦੇ ਵਿੱਚ ਜੋ ਪਦਾਰਥ ਹਨ, ਮਾਇਆ ਆਦਿ ਹੈ, ਜਿਵੇਂ ਨੇਰੀਆਂ ਆਉਂਦੀਆਂ ਹਨ, ਕੱਪੜੇ ਉੱਡ ਜਾਂਦੇ ਹਨ, ਕਈ ਕੁਝ ਟੁੱਟ ਭੱਜ ਜਾਂਦਾ ਹੈ, ਇੰਨਾ ਝੱਖੜ ਝੁੱਲ ਜਾਂਦਾ ਹੈ। ਇਸੇ ਤਰ੍ਹਾਂ ਇਸ ਮਨ ਨੂੰ ਆ ਜਿਹੜੀ ਮਾਇਆ ਦੀ ਪਵਨ ਹੈ, ਪੈਸਿਆਂ ਦੀ ਪਵਨ ਹੈ, ਤਿਉ ਕੰਚਨ ਅਰ ਪੈਸਾ, ਇਹ ਐਸੇ ਹੁਲਾਰੇ ਦਿੰਦੀ ਹੈ ਕਿ ਮਨ ਖਿਲਰ ਜਾਂਦਾ ਹੈ। ਜੀਵਨ ਰੂਪੀ ਕਾਗਜ਼ ਪਾਟ ਜਾਂਦਾ ਹੈ, ਜਿਸ ਤੇ ਲਿਖਣਾ ਸੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਉਹ ਵਿਸਾਰ ਬਹਿੰਦਾ ਹੈ। ਜਿਸ ਨਾਮ ਨੂੰ ਹਿਰਦੇ ਤੇ ਲਿਖਣਾ ਸੀ, ਸਤਿਗੁਰਾਂ ਦੇ ਹੁਕਮ ਵੀ ਮੰਨਣੇ ਸਨ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਕੋਈ ਸਿਆਹੀ ਦੀ ਲੋੜ ਨਹੀਂ ਸੀ, ਦਵਾਤ ਦੀ, ਕਲਮ ਦੀ, ਕਿਸੇ ਦੀ ਲੋੜ ਨਹੀਂ ਸੀ। ਗੁਰਬਾਣੀ ਵਿੱਚ ਸਤਿਗੁਰਾਂ ਨੇ ਫਰਮਾਇਆ ਹੈ, ਕਲਮ ਸਾਜਨੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲਿਓ। ਕਹਿੰਦੇ ਹਨ, ਕਿਉਂ ਲੱਭਦਾ ਫਿਰਦਾ ਹੈ ਕਲਮ ਤੇ ਦਵਾਤ ਪੈਨ, ਆਪਣੇ ਦਿਲ ਤੇ ਕਿਉਂ ਨਹੀਂ ਲਿਖ ਲੈਂਦਾ ਗੁਰੂ ਸਾਹਿਬ ਜੀ ਦਾ ਉਪਦੇਸ਼ ਜਿਹੜਾ ਹੈ, ਹੁਕਮ ਜਿਹੜਾ ਹੈ, ਆਗਿਆ ਜਿਹੜੀ ਹੈ। ਵਾਈ ਫਾਈਂਡ ਇੰਕ ਔਰ ਪੈਨ, ਇਹਨਾਂ ਦੋਨਾਂ ਨੂੰ, ਇੰਕ ਐਂਡ ਪੈਨ, ਕਿਉਂ ਲੱਭਦਾ ਫਿਰਦਾ ਹੈ? ਗੁਰੂ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਇਹਨਾਂ ਸਰਵਣਾਂ ਦੇ ਨਾਲ ਸੁਣ ਕੇ ਰਾਈਟ ਔਨ ਯੋਰ ਓਨ ਹਾਰਟ, ਆਪਣੇ ਦਿਲ ਤੇ ਲਿਖ ਲੈ। ਭਾਈ ਬਾਲਾ ਜੀ ਨਾਲ ਰਹਿੰਦੇ ਸਨ, ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਸਨ। ਉਹ ਤੰਤੀ ਸਾਜ਼ ਅੱਜ ਵੀ ਹਰਿਮੰਦਰ ਸਾਹਿਬ ਜੀ ਦੇ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਅੱਜ ਵੀ ਰਾਗੀ ਸਿੰਘਾਂ ਨੂੰ ਜਦੋਂ ਦਰਸ਼ਨ ਕਰੀਦੇ ਹਨ, ਕੀਰਤਨ ਕਰਦੇ ਆਂ ਦੇ ਟੀਵੀ ਵਿੱਚ, ਜਾਂ ਉੱਥੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਉਹ ਤੰਤੀ ਸਾਜ਼ ਅੱਜ ਵੀ ਵੱਜ ਰਹੇ ਹਨ, ਅੱਜ ਵੀ ਮਨਾਂ ਨੂੰ ਜੋੜ ਰਹੇ ਹਨ, ਪ੍ਰਗਟ ਅਨਹਦ ਧੁਨ ਰਾਹੀਂ। ਜਦੋਂ ਕੱਲ ਦੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਜੀ ਭਰੇ ਹੋਏ ਸਰੋਵਰ, ਤਾਲ ਜਲ ਦਾ ਭਰਿਆ ਹੋਇਆ ਸੀ, ਉੱਥੇ ਕਮਲ ਫੁੱਲ ਸਨ, ਹੋਰ ਵੀ ਬੜੇ ਫੁੱਲ ਸਨ। ਭੰਵਰਾ ਕਦੀ ਕਿਸੇ ਫੁੱਲ ਤੇ ਬਹਿੰਦਾ ਹੈ, ਕਦੀ ਕਿਸੇ ਫੁੱਲ ਤੇ ਬਹਿੰਦਾ ਹੈ। ਸਤਿਗੁਰਾਂ ਨੇ ਵੀ ਭਾਈ ਬਾਲਾ ਜੀ ਆਖਣ ਲੱਗੇ ਕਿ ਸਾਨੂੰ ਹੁਕਮ ਕੀਤਾ ਕਿ ਭਾਈ ਬਾਲਾ ਤੇ ਮਰਦਾਨਾ ਨੂੰ ਕਿ ਕੁਝ ਸਮਾਂ ਇੱਥੇ ਟਿਕਦੇ ਹਾਂ। ਤੋ ਸਤਿਗੁਰਾਂ ਨੇ ਉਸ ਭੰਵਰੇ ਵੱਲ ਦੇਖਿਆ, ਕਦੀ ਕਿਸੇ ਫੁੱਲ ਤੋਂ ਰਸ ਲੈਂਦਾ ਹੈ, ਕਦੀ ਕਿਸੇ ਫੁੱਲ ਤੋਂ ਰਸ ਲੈਂਦਾ ਹੈ, ਕਦੀ ਉੱਡ ਕੇ ਕਿਤੇ ਬਹਿ ਜਾਂਦਾ ਹੈ, ਕਦੀ ਉੱਡ ਕੇ ਕਿਤੇ ਬਹਿ ਜਾਂਦਾ ਹੈ। ਸਤਿਗੁਰਾਂ ਨੇ ਉੱਥੇ ਪਾਵਨ ਗੁਰਬਾਣੀ ਉਚਾਰਨ ਕੀਤੀ ਸੀ, ਭੰਵਰਾ ਫੂਲ ਭਵੰਤਿਆ। ਇਹ ਕੱਲ ਸ਼ਬਦ ਆਪ ਜੀ ਨੇ ਸਰਵਣ ਕਰ ਲਿਆ ਸੀ। ਮੇਰਾ ਖਿਆਲ ਹੈ 438 ਅੰਗ ਤੇ, ਸ਼ਾਇਦ ਜੇ ਮੈਂ ਭੁੱਲ ਨਾ ਜਾਂਦਾ ਹੋਵਾਂ, ਕਿਉਂਕਿ ਬੰਦਾ ਭੁੱਲ ਜਾਂਦਾ ਹੈ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਐਵੇਂ ਲੜਦੇ ਝਗੜਦੇ ਰਹੀਦਾ ਹੈ ਕਿ ਤੂੰ ਭੁੱਲ ਗਿਆ, ਤੂੰ ਭੁੱਲ ਗਿਆ, ਪਰ ਸਾਰੀ ਦੁਨੀਆ ਵਾਹਿਗੁਰੂ ਜੀ ਨੇ ਭੁੱਲਣ ਵਾਲੀ ਬਣਾਈ ਹੈ, ਪਰ ਆਪ ਨਹੀਂ ਭੁੱਲਦੇ ਵਾਹਿਗੁਰੂ। ਜੋ ਬੰਦਾ ਕਰਦਾ ਹੈ ਉਹ ਉਹਨਾਂ ਨੂੰ ਯਾਦ ਰਹਿੰਦਾ ਹੈ, ਇਹ ਕੀ ਕਰਕੇ ਆਇਆ ਹੈ ਦੁਨੀਆ ਦੇ ਵਿੱਚ, ਇਹਨੇ ਕਿਹੜੇ ਕਿਹੜੇ ਕਰਮ ਕੀਤੇ ਹਨ, ਇਹਨੇ ਕੀ ਕੀ ਕਮਾਈ ਕੀਤੀ ਹੈ, ਨਾਮ ਜਪਿਆ ਹੈ ਕਿ ਨਹੀਂ ਜਪਿਆ, ਸਿਮਰਨ ਕੀਤਾ ਹੈ ਕਿ ਨਹੀਂ ਕੀਤਾ, ਹੁਕਮ ਵਿੱਚ ਚੱਲਿਆ ਹੈ ਕਿ ਨਹੀਂ ਚੱਲਿਆ। ਇਸ ਨੂੰ ਲਿਖ ਕੇ ਦਿੱਤਾ ਸੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਅੱਜ ਸਾਖੀ ਸੰਤਾਂ ਨਾਲ ਹੋਈ ਹੈ, ਅੰਗ ਹੈ
ਜਨਮ ਸਾਖੀ ਭਾਈ ਸਾਹਿਬ ਜੀ ਭਾਈ ਬਾਲਾ ਜੀ ਵਾਲੀ, ਜਿਹੜੀ ਪੈੜਾ ਮੋਖਾ ਜੀ ਨੇ ਲਿਖੀ ਹੈ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹ ਜਿਹੜੀ ਜਨਮ ਪੱਤਰੀ ਸੀ ਸਾਰੀ ਟਰਾਂਸਲੇਟ ਕੀਤੀ ਸੀ। ਸਤਿਗੁਰਾਂ ਨੇ ਆਗਿਆ ਕੀਤੀ ਸੀ ਕਿ ਪੈੜਾ ਮੋਖਾ ਇਹਨੂੰ ਸਾਨੂੰ ਗੁਰਮੁਖੀ ਦੇ ਵਿੱਚ ਇਹਦਾ ਉਲੱਥਾ ਕਰ ਦੇ। ਉਸ ਨੇ ਕਰ ਦਿੱਤਾ ਸੀ। ਹੋਰ ਵੀ ਸਾਖੀਆਂ ਜਿਹੜੀਆਂ ਭਾਈ ਬਾਲਾ ਜੀ ਨੇ ਜੋ ਤੱਕਿਆ ਸੀ ਉਹ ਸਤਿਗੁਰਾਂ ਨੂੰ ਸੁਣਾਇਆ ਤੇ ਕਹਿਣ ਲੱਗੇ, ਭਾਈ ਬਾਲਾ ਜੀ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਸਤਿਗੁਰੂ ਜੀ ਜਾਂਦਿਆਂ ਇੱਕ ਐਸੀ ਜਗ੍ਹਾ ਆ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਸ ਜਗ੍ਹਾ ਤੇ ਭਾਈ ਬਾਲਾ ਮਰਦਾਨਾ ਥੋੜਾ ਰੁਕ ਜਾਂਦੇ ਹਾਂ। ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪਿਆਰਿਓ ਸਰਵਣ ਪੈ ਕਰਦੇ ਹਨ ਤੇ ਪੈੜਾ ਮੋਖਾ ਸੁਲਤਾਨਪੁਰ ਦੇ ਉਹ ਲਿਖਦੇ ਜਾਂਦੇ ਹਨ। ਜਦੋਂ ਸਤਿਗੁਰਾਂ ਨੇ ਪਹਿਲੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਤੇ ਸੰਤਾਂ ਨਾਲ ਸੰਤ ਭਗਤ ਇੱਕ ਟੋਲੀ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਈ, ਕਿਉਂਕਿ ਸੰਤਾਂ ਨਾਲ ਸ਼ੁਰੂ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਰਿਹਾ ਹੈ। ਸੰਤ ਆਪੇ ਪਹੁੰਚ ਜਾਂਦੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਜਦੋਂ 20 ਰੁਪਏ ਵਾਸਤੇ ਚਪੇੜ ਖਾਧੀ ਹੈ, ਭੈਣ ਨਾਨਕੀ ਜੀ ਨੇ ਛੁਡਾਇਆ ਹੈ, ਚੂੜਕਾਣੇ ਤੋਂ ਸੌਦਾ ਲਿਆ ਕੇ ਸੰਤਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ, ਖਰਚ ਕਰ ਦਿੱਤੇ 20 ਰੁਪਏ। ਪਿਤਾ ਜੀ ਦੀ ਮਾਰ ਖਾ ਲਈ, ਉਦੋਂ ਵੀ ਸੰਤਰੇਣ ਉਹਨਾਂ ਨੂੰ ਭੋਜਨ ਜਿਹੜਾ ਸੀ ਉਹ ਛਕਾ ਦਿੱਤਾ। ਉਹੀਓ ਲੰਗਰ ਅੱਜ ਤੱਕ ਚੱਲਦਾ ਆ ਰਿਹਾ ਹੈ, ਵੱਧਦਾ ਆ ਰਿਹਾ ਹੈ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧਦੋ ਜਾਈ, ਰਲ ਮਿਲ ਕੇ ਛਕੋ ਛਕਾਓ। ਅੱਜ ਵੀ ਉਹ ਭੋਜਨ, ਅੱਜ ਵੀ ਉਹ ਲੰਗਰ ਵੱਧਦਾ ਹੀ ਜਾ ਰਿਹਾ ਹੈ। ਇਹ ਸੰਨ 2020 ਦੇ ਵਿੱਚ ਦੇਖਿਆ ਹੈ ਕਿਵੇਂ ਗੁਰੂ ਘਰਾਂ ਤੋਂ ਲੰਗਰ ਕਿੱਥੇ ਕਿੱਥੇ ਪਹੁੰਚਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੈ, ਕਿਉਂਕਿ 2020 ਦੇ ਵਿੱਚ ਵੀ ਬੜਾ ਕਸ਼ਟ ਆਇਆ ਹੈ। ਇਹ ਨਾਮ ਸੰਨ ਦਾ ਤਾਂ ਦਾਸ ਨੇ ਲੈ ਦਿੱਤਾ ਹੈ। ਆਉਣ ਵਾਲੀਆਂ ਪੀੜ੍ਹੀਆਂ ਜਦੋਂ ਸੁਣਿਆ ਕਰਨਗੀਆਂ ਕਿ ਉਦੋਂ ਕੀ ਹੋਇਆ ਸੀ, ਫਿਰ ਜਿਨ੍ਹਾਂ ਨੂੰ ਯਾਦ ਹੋਵੇਗਾ, ਜਾਂ ਸਾਇੰਸ ਦਾ ਯੁੱਗ ਹੈ, ਇੰਟਰਨੈਟ ਵਿੱਚੋਂ ਹਿਸਟਰੀ ਪੜ੍ਹਿਆ ਕਰਨਗੇ ਤਾਂ ਦੇਖਿਆ ਕਰਨਗੇ 2020 ਦੇ ਵਿੱਚ ਕੀ ਹਾਲਤ ਬਣੀ ਸੀ। ਉਹਨਾਂ ਸੰਤਾਂ ਨੇ ਘੜੀ ਪਲ ਬੈਠ ਕੇ ਆਪਣੇ ਮਨ ਨੂੰ ਸ਼ਾਂਤ ਕੀਤਾ, ਕਿਉਂਕਿ ਗੁਰੂ ਦੇ ਦਰਸ਼ਨਾਂ ਵਿੱਚ ਸ਼ਾਂਤੀ ਮਿਲ ਜਾਂਦੀ ਹੈ। ਗੁਰੂ ਜਿਹੜੇ ਪੂਰੇ ਹਨ, ਨਾਨਕ ਗੁਰੂ ਹੈ ਪੂਰਾ, ਉਹਨਾਂ ਦੇ ਕੋਲ ਬੈਠਿਆਂ ਹੁਕਮ ਹਨ ਸਾਂਤ ਪਾਈ, ਗੁਰ ਸਤਿਗੁਰ ਪੂਰੇ। ਮਨ ਵਿੱਚ ਸੁੱਖ ਆ ਜਾਂਦੇ ਹਨ, ਸੁੱਖ ਉਪਜੇ ਬਾਜੇ ਅਨਹਦ ਤੂਰੇ। ਤੇ ਭਾਈ ਬਾਲਾ ਜੀ ਕਹਿਣ ਲੱਗੇ, ਘੜੀ ਪਲ ਸੰਤ ਬੈਠ ਗਏ, ਜਦੋਂ ਸ਼ਾਂਤ ਹੋ ਗਏ, ਮਨ ਉਹਨਾਂ ਦਾ ਠੰਡਾ ਹੋ ਗਿਆ ਗੁਰੂ ਸਾਹਿਬ ਜੀ ਦੇ ਦੀਦਾਰ ਕਰਕੇ, ਤਾਂ ਆਖਣ ਲੱਗੇ, ਸਤਿਗੁਰ ਜੀ ਜੇ ਤੁਸੀਂ ਹੁਕਮ ਕਰੋ ਤੇ ਸਾਡੇ ਮਨ ਵਿੱਚ ਕੋਈ ਸੰਸਾ ਹੈ, ਉਹ ਬਚਨ ਅਸੀਂ ਆਪ ਜੀ ਨੂੰ ਪੁੱਛ ਸਕਦੇ ਹਾਂ, ਸਾਡਾ ਉਹ ਸੰਸਾ ਨਿਵਰਤ ਕਰ ਦਿਓਗੇ। ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਪਿਆਰਿਓ ਇਹ ਜਨਮ ਸਾਖੀ ਦੀ ਜਿਹੜੀ ਲਿਪੀ ਹੈ ਉਹ ਥੋੜ੍ਹੀ ਮਹਿੰਗੀ ਹੈ, ਸਾਰਿਆਂ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ, ਕਈ ਵਾਰੀ ਬੱਚੇ ਵੀ ਸਰਵਣ ਕਰਦੇ ਹਨ, ਇਸ ਕਰਕੇ ਦਾਸਰਾ ਉਹਦਾ ਉਲੱਥਾ ਕਰਦਾ ਜਾਂਦਾ ਹੈ ਅੱਜ ਕੱਲ੍ਹ ਦੀ ਬੋਲੀ ਦੇ ਵਿੱਚ, ਤਾਂ ਕਿ ਸਾਰਿਆਂ ਨੂੰ ਸਮਝ ਪੈ ਸਕੇ। ਜੇ ਤੁਸੀਂ ਉਸੇ ਬੋਲੀ ਵਿੱਚ ਪੜ੍ਹਨਾ ਹੋਵੇ, ਅੰਗ ਹੈ 432 ਜਨਮ ਸਾਖੀ ਭਾਈ ਬਾਲਾ ਜੀ ਵਾਲੀ, ਆਪ ਪੜ੍ਹਿਆ ਕਰੋ, ਬੜਾ ਗਿਆਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ। ਪਹਿਲਿਆਂ ਸਮਿਆਂ ਦੇ ਵਿੱਚ ਇਸ ਜਨਮ ਸਾਖੀ ਤੋਂ ਸਾਖੀਆਂ ਰਾਤ ਨੂੰ ਸੌਣ ਲੱਗਿਆਂ ਮਾਤਾ ਪਿਤਾ ਭੈਣ ਭਰਾ ਪੜ੍ਹਿਆ ਕਰਦੇ ਸਨ, ਵਿੱਚੇ ਗੁਰਬਾਣੀ ਦੇ ਸ਼ਬਦ ਆ ਜਾਇਆ ਕਰਦੇ ਸਨ। ਉਹ ਗੁਰਬਾਣੀ ਲਿਖੀ ਜਾਂਦੀ ਸੀ ਆਪਣੇ ਹਿਰਦੇ ਤੇ,
ਜ਼ਿੰਦਗੀ ਬੜੀ ਸੌਖੀ ਲੰਘ ਜਾਂਦੀ ਸੀ। ਤਾਂ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਬਾਲਾ ਜੀ ਕਹਿੰਦੇ ਹਨ ਕਿ ਜੋ ਤੁਹਾਡੇ ਮਨ ਵਿੱਚ ਹੈ ਤੁਸੀਂ ਪੁੱਛ ਸਕਦੇ ਹੋ। ਤਾਂ ਉਹਨਾਂ ਨੇ ਸੰਤਾਂ ਨੇ ਆਖਿਆ, ਸਤਿਗੁਰ ਜੀ ਦੁਨੀਆ ਦੇ ਵਿੱਚ ਕਿੰਨੇ ਲੋਕ ਵਸਦੇ ਹਨ, ਕੁਝ ਗ੍ਰਸਤੀ ਹਨ, ਕਈ ਪ੍ਰਕਾਰ ਦੀ ਦੁਨੀਆ ਵਸ ਰਹੀ ਹੈ ਇਸ ਸੰਸਾਰ ਦੇ ਵਿੱਚ। ਸਾਨੂੰ ਕਿਰਪਾ ਕਰਕੇ ਦੱਸੋ ਕਿ ਕੋਈ ਜਪ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਹੋਮ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਕੋਈ ਤੀਰਥਾਂ ਤੇ ਫਿਰ ਰਿਹਾ ਹੈ, ਕੋਈ ਬ੍ਰਹਮਚਾਰੀ ਹੈ, ਕੋਈ ਸਿਰ ਤੇ ਆਰਾ ਚਲਵਾ ਰਿਹਾ ਹੈ, ਕਈ ਪੁੰਨ ਕਰ ਰਹੇ ਹਨ, ਕਈ ਪਾਪ ਕਰ ਰਹੇ ਹਨ। ਇਹਨਾਂ ਸਾਰਿਆਂ ਵਿੱਚੋਂ ਮੁਕਤੀ ਕਿਸ ਨੂੰ ਮਿਲੇਗੀ? ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਫਰਮਾ ਰਹੇ ਹਨ, ਆਪਣੀ ਰਸਨਾ ਤੋਂ ਸਤਿਗੁਰਾਂ ਦੇ ਸਾਹਮਣੇ ਦੱਸ ਰਹੇ ਹਨ, ਕਹਿ ਰਹੇ ਹਨ, ਬੋਲ ਰਹੇ ਹਨ ਕਿ ਸਤਿਗੁਰ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਉਚਾਰਨ ਕੀਤੀ। ਪੈਰੋਂ ਮਹੱਲਾ ਪਹਿਲਾ। ਭਾਈ ਮਰਦਾਨਾ ਜੀ ਨਾਲ ਸਨ, ਉਹ ਰਬਾਬ ਵਜਾਇਆ ਕਰਦੇ ਸਨ। ਹੁਕਮ ਵੀ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾ ਲੋ। ਕਹਿ ਦਿੰਦੇ ਸਨ ਮਰਦਾਨਿਆਂ, ਰਬਾਬ ਵਜਾ, ਖਸਮ ਦੀ ਬਾਣੀ ਆਈ ਹੈ। ਉਹ ਸੰਤ ਸਤਿਗੁਰਾਂ ਦੇ ਪਾਵਨ ਬਚਨ ਜਿਹੜੇ ਅੱਜ ਗੁਰਬਾਣੀ ਵਿੱਚ ਹਨ, 1127 ਅੰਗ ਹੈ, 1127 ਭੈਰੋਂ ਰਾਗ ਹੈ, ਪਹਿਲੇ ਪਾਤਸ਼ਾਹ ਜੀ ਦੇ ਬਚਨ ਹਨ। ਤੁਸੀਂ ਅੱਜ ਵੀ ਪੜ੍ਹਿਆ ਕਰੋ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹੋ। ਸਤਿਗੁਰਾਂ ਨੇ ਆਖਿਆ, ਸੰਤ ਜੀ ਤੁਸਾਂ ਪੁੱਛਿਆ ਹੈ ਜਗ ਕਰਨ ਦਾ, ਹੋਮ ਕਰਨ ਦਾ, ਪੁੰਨ ਕਰਨ ਦਾ, ਤਪ ਕਰਨ ਦਾ ਕੀ ਫਲ ਮਿਲੇਗਾ? ਇਹਨਾਂ ਨੂੰ ਮੁਕਤੀ ਮਿਲ ਜਾਵੇਗੀ ਕਿ ਨਹੀਂ ਮਿਲੇਗੀ? ਸਤਿਗੁਰੂ ਜੀ ਕਹਿਣ ਲੱਗੇ ਕਿ ਜਗਨ ਹੋਮ ਪੁੰਨ ਤਪ ਪੂਜਾ, ਇਹ ਜਿੰਨੇ ਦੁਨੀਆ ਦੇ ਲੋਕ ਜਗ ਕਰਦੇ ਹਨ, ਹੋਮ ਕਰਦੇ ਹਨ, ਕਿੰਨਾ ਕਿੰਨਾ ਘਿਓ ਪਾਉਂਦੇ ਹਨ, ਘਿਓ ਦੀਆਂ ਆਹੂਤੀਆਂ ਦਿੰਦੇ ਹਨ, ਇਸ ਸਰੀਰ ਨੂੰ ਅੱਗ ਵਿੱਚ ਤਾਉਂਦੇ ਹਨ, ਤਪ ਦਿੰਦੇ ਹਨ, ਪਰ ਗੁਰੂ ਦੀ ਸੇਵਾ ਨਹੀਂ ਕਰਦੇ। ਗੁਰ ਸੇਵਾ ਤਪਾਂ ਸਿਰ ਤਪਸਾਰ, ਦੇਹ ਨੂੰ ਪੁੱਠਾ ਲਟਕਾ ਲੈਂਦੇ ਹਨ, ਤਪ ਕਰ ਕਰਕੇ ਦੇਹ ਨੂੰ ਦੁੱਖ ਦਿੰਦੇ ਹਨ। ਦੇਹ ਦੁਖੀ ਨਿਤ ਦੁਖ ਸਹੈ, ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ, ਇਹਨਾਂ ਦੀ ਦੇਹ ਦੁਖੀ ਰਹਿੰਦੀ ਹੈ। ਇਹ ਦੇਹ ਨੂੰ ਦੁੱਖ ਦਿੰਦੇ ਹਨ, ਨਿਤ ਦੁੱਖ ਸਹਿੰਦੇ ਹਨ, ਕਿਉਂਕਿ ਰੋਜ਼ ਕਰਦੇ ਹਨ। ਤੇ ਸੰਤਾਂ ਨੇ ਕਿਹਾ, ਸਤਿਗੁਰੂ ਜੀ ਫਿਰ ਇਹਨਾਂ ਨੂੰ ਮੁਕਤੀ ਨਹੀਂ ਮਿਲੇਗੀ? ਸਤਿਗੁਰਾਂ ਨੇ ਕਿਹਾ ਕਿ ਜਦ ਤੱਕ ਆਤਮਾ ਨਾਲ ਮਿਲ ਕੇ ਇਹ ਵਾਹਿਗੁਰੂ ਦਾ ਸਤਨਾਮ ਦਾ ਰਾਮ ਦਾ ਸਿਮਰਨ ਨਹੀਂ ਕਰਦੇ, ਇਹਨਾਂ ਨੂੰ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਆਤਮਾ ਵਾਲੇ ਜਾਂਦੇ ਹੀ ਨਹੀਂ। ਦੁਨੀਆ ਦੇ ਵਿੱਚ ਜੋ ਮਾਇਆ ਪਵਨ ਝੁਲਾਰੇ ਦੇ ਰਹੀ ਹੈ, ਉਹਨਾਂ ਝੂਲਿਆਂ ਵਿੱਚ ਸੁੱਤੇ ਪਏ ਹਨ। ਜਿਵੇਂ ਬੱਚਿਆਂ ਨੂੰ ਮਾਵਾਂ ਝੂਲਿਆਂ ਵਿੱਚ ਪਹਿਲਿਆਂ ਸਮਿਆਂ ਵਿੱਚ ਮੰਜੀ ਦੇ ਨਾਲ ਕੱਪੜਾ ਬੰਨ੍ਹ ਕੇ ਛੋਟੇ ਬੱਚੇ ਨੂੰ ਵਿੱਚ ਪਾ ਕੇ ਝੂਲੇ ਦਿੰਦੇ ਰਹਿੰਦੇ ਸੀ, ਹਿਲਾਉਂਦੇ ਰਹਿੰਦੇ ਸੀ, ਬੱਚਾ ਸੌਂ ਜਾਂਦਾ ਸੀ। ਉਸੇ ਤਰ੍ਹਾਂ ਉਮਰ ਭਾਵੇਂ 50 ਹੈ, 60 ਹੈ, 40 ਹੈ, 70 ਹੈ, ਜਿੰਨੀ ਵੀ ਹੈ, ਇਹ ਮਾਇਆ ਝੂਲੇ ਦਿੰਦੀ ਹੈ। ਇਹ ਦੁਨੀਆ ਵਿੱਚ ਹੀ ਬੰਦਾ ਸੁੱਤਾ ਰਹਿੰਦਾ ਹੈ। ਜਦੋਂ ਜਾਗ ਆਉਂਦੀ ਹੈ ਉਦੋਂ ਉਮਰ ਮੁੱਕ ਜਾਂਦੀ ਹੈ। ਸੰਤ ਜੀ ਇਹਨਾਂ ਸਾਰਿਆਂ ਨੂੰ ਫਲ ਤਾਂ ਮਿਲੇਗਾ, ਹੋਰ ਫਲ ਮਿਲਣਗੇ ਪੁੰਨਾਂ ਦੇ,
ਪਰ ਉਹਦੇ ਨਾਲ ਮੁਕਤੀ ਨਾ ਮਿਲੇਗੀ। ਜੱਗਾਂ ਦੇ ਫਲ ਮਿਲਣਗੇ, ਖਾਣ ਵਾਸਤੇ ਮਿਲੇਗਾ, ਪਰ ਉਹ ਵੀ ਇੱਛਾ ਹੈ। ਐਸੀ ਇੱਛਾ ਨਹੀਂ ਰੱਖਣੀ ਚਾਹੀਦੀ। ਇੱਛਾ ਇਹ ਰੱਖਣੀ ਚਾਹੀਦੀ ਹੈ, ਵਾਹਿਗੁਰੂ ਜੀ ਸਾਨੂੰ ਮੁਕਤੀ ਬਖਸ਼ਿਸ਼ ਕਰੋ, ਸਾਨੂੰ ਆਪਣੇ ਪਾਵਨ ਚਰਨਾਂ ਦੇ ਵਿੱਚ ਥਾਂ ਬਖਸ਼ਿਸ਼ ਕਰੋ। ਮਾਲਕ ਸਾਡਾ ਆਉਣਾ ਜਾਣਾ ਮਿਟ ਜਾਵੇ, ਪਰ ਦੁਨੀਆ ਦੇ ਵਿੱਚ ਜੋ ਦੁਨੀਆ ਜਗ ਕਰਦੀ ਹੈ, ਹੋਮ ਕਰਦੀ ਹੈ, ਪੁੰਨ ਕਰਦੀ ਹੈ, ਤਪ ਕਰਦੀ ਹੈ, ਦੇਹ ਨੂੰ ਦੁੱਖ ਦਿੰਦੀ ਹੈ, ਨਿਤ ਦੁੱਖ ਸਹਿੰਦੀ ਹੈ, ਹੋਰ ਤਾਂ ਕੋਈ ਫਲ ਮੁਕਤੀ ਤੋਂ ਬਿਨਾਂ ਭਾਵੇਂ ਇਹਨਾਂ ਨੂੰ ਮਿਲ ਜਾਣ, ਅੱਗੇ ਜਾ ਕੇ ਰੋਟੀ ਖਾਣ ਨੂੰ ਮਿਲ ਜਾਵੇ, ਪਰ ਮੁਕਤੀ ਨਾ ਮਿਲੇਗੀ। ਐਵੇਂ ਦੇਹ ਨੂੰ ਦੁੱਖ ਦਿੰਦੇ ਰਹਿੰਦੇ ਹਨ। ਇਹਨਾਂ ਨੂੰ ਚਾਹੀਦਾ ਗੁਰੂ ਦੀ ਸੇਵਾ ਕਰਨ, ਵਾਹਿਗੁਰੂ ਜੀ ਦੇ ਲੜ ਲੱਗਣ। ਰਾਮ ਨਾਮ ਬਿਨਾ ਰਾਮ, ਉਹ ਜੋ ਰਾਮ ਰਮੇ ਹੋਏ ਹਨ ਸਾਰਿਆਂ ਦੇ ਵਿੱਚ, ਘੱਟ ਘੱਟ ਰਾਮ ਰਹਿਆ ਭਰਪੂਰ, ਸਾਰਿਆਂ ਦੇ ਵਿੱਚ ਸਮਾਏ ਹੋਏ ਹਨ। ਉਹਨਾਂ ਨੂੰ ਜਪਣ ਤੋਂ ਬਿਨਾਂ, ਉਹਨਾਂ ਨੂੰ ਯਾਦ ਕਰਨ ਤੋਂ ਬਿਨਾਂ, ਉਹਨਾਂ ਦੇ ਹੁਕਮ ਦੇ ਵਿੱਚ ਰਹਿਣ ਤੋਂ ਬਿਨਾਂ ਸੰਤ ਜੀ ਮੁਕਤੀ ਨਹੀਂ ਮਿਲਦੀ ਹੁੰਦੀ। ਗੁਰਮੁਖਾਂ ਦੇ ਰਾਹ ਤੇ ਚੱਲਣਾ ਪੈਂਦਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਪੈਂਦਾ ਹੈ, ਸਤਨਾਮ ਵਾਹਿਗੁਰੂ ਸਤਨਾਮ। ਇਸ ਰਸ ਲੈਣ ਵਾਲੀ ਰਸਨਾ ਨੂੰ, ਜੀਭਾ ਨੂੰ ਕਹਿਣਾ ਪੈਂਦਾ ਹੈ, ਤਾਂ ਰਸਾਂ ਵੱਲੋਂ ਇਹਦਾ ਮਨ ਮੁੜਦਾ ਹੈ। ਰਾਮ ਨਾਮ ਬਿਨ ਮੁਕਤ ਨਾ ਪਾਵਸ, ਰਾਮ ਨਾਮ ਬਿਨ ਮੁਕਤ ਨਾ ਪਾਵਸ। ਤੇ ਮਹਾਰਾਜ ਫਿਰ ਮੁਕਤੀ ਕਿਵੇਂ ਮਿਲੇ? ਮੁਕਤ ਨਾਮ ਗੁਰਮੁਖ ਲਹੈ, ਨਾਮ ਜਪੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਦੁਨੀਆ ਦੇ ਵਿੱਚ ਸਤਨਾਮ ਦਾ ਚੱਕਰ ਫੇਰਾਇਆ। ਸਾਰਿਆਂ ਨੂੰ ਕਿਹਾ ਆਪੋ ਆਪਣੇ ਮਨ ਨੂੰ ਆਖਿਆ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਹੁਕਮ ਕੀਤੇ, ਜਪ ਮਨ ਸਤਨਾਮ ਸਦਾ ਸਤਨਾਮ, ਨਾ ਕਿਸੇ ਕੋਲੋਂ ਪੁੱਛਿਆ ਕਰੋ, ਹਮੇਸ਼ਾ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕੰਨਾਂ ਵਿੱਚ ਕੋਈ ਵੱਖਰਾ ਵੀ ਮੰਤਰ ਲੈਣ ਦੀ ਲੋੜ ਨਹੀਂ। ਇਹ ਬਾਣੀ ਮੰਤਰ ਮਹਾਪੁਰਖਨ ਕਾ। ਇਹਨਾਂ ਕੰਨਾਂ ਦੇ ਨਾਲ ਗੁਰਬਾਣੀ ਨੂੰ ਸੁਣੋ। ਇਹਨਾਂ ਕੰਨਾਂ ਦੇ ਨਾਲ ਜਦੋਂ ਸੰਗਤਾਂ ਆਖਦੀਆਂ ਹਨ ਸਤਨਾਮ ਸ੍ਰੀ ਵਾਹਿਗੁਰੂ, ਉਹ ਗੁਰਮੰਤਰ ਕੰਨਾਂ ਦੇ ਵਿੱਚ ਪੈ ਜਾਵੇ। ਵਾਹਿਗੁਰੂ ਗੁਰਮੰਤਰ ਹੈ, ਵੱਖਰਾ ਕੰਨਾਂ ਦੇ ਵਿੱਚ ਮੰਤਰ ਕੋਈ ਲੈਣ ਦੀ ਲੋੜ ਨਹੀਂ। ਇਹ ਸਾਰੀ ਪਵਿੱਤਰ ਪਾਵਨ ਗੁਰਬਾਣੀ ਇਹ ਮੰਤਰ ਹੈ ਪਿਆਰਿਓ। ਇਹ ਬਾਣੀ ਮੰਤਰ ਮਹਾਪੁਰਖਨ ਕਾ। ਇਹ ਕੰਨ ਲਾਏ ਤਾਈਓ ਹਨ। ਇਹਨਾਂ ਕੰਨਾਂ ਦੇ ਵਿੱਚ ਉਹ ਗੁਰਬਾਣੀ ਜਦੋਂ ਪੈਂਦੀ ਹੈ, ਸੱਚਖੰਡ ਹਰਿਮੰਦਰ ਸਾਹਿਬ ਤੋਂ ਕੀਰਤਨ ਜਦੋਂ ਸੁਣੀਦਾ ਹੈ, ਕਿਤੇ ਵੀ ਬਹਿ ਕੇ ਭਾਵੇਂ ਆਪ ਵੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਤਾਂ ਵੀ ਕੰਨ ਸੁਣਦੇ ਹਨ। ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਹਰ ਮੰਤਰ ਦੀ ਉਹ ਗੁਰਕਾਨ ਹੈ, ਵਾਹਿਗੁਰੂ ਦਾ ਗੁਰਮੰਤਰ ਜਿਹੜਾ ਹੈ, ਇਹ ਗੁਰਬਾਣੀ ਜਿਹੜੀ ਹੈ, ਜਿਵੇਂ ਦੋ ਅੱਖਾਂ ਹਨ, ਦਿਸਦੀ ਇੱਕ ਚੀਜ਼ ਹੈ। ਦੋ ਕੰਨ ਹਨ, ਜਿਹੜੇ ਗੁਰਬਾਣੀ ਨੂੰ, ਗੁਰਮੰਤਰ ਨੂੰ ਸੁਣਦੇ ਹਨ, ਉਹਨਾਂ ਨੂੰ ਇੱਕੋ ਦਿਸਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ, ਇੱਕ ਓੰਕਾਰ ਜੀ, ਸਤਨਾਮ ਜੀ। ਤਾਂ ਸੰਤਾਂ ਨੂੰ ਆਖਿਆ, ਗੁਰਮੁਖਾਂ ਦੇ ਰਾਹ ਤੇ ਤੁਸੀਂ ਚੱਲ ਰਹੇ ਹੋ, ਬਸ ਇੱਕ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਵਸਾ ਕੇ ਨਾਮ ਜਪਦੇ ਰਹੋ, ਮੁਕਤੀ ਹੋ ਜਾਵੇਗੀ। ਬਿਨਾਂ ਰਾਮ ਦੇ ਨਾਮ ਤੋਂ, ਸੰਤ ਜੀ ਬਿਨਾਂ ਪਰਮੇਸ਼ਰ ਦੇ ਨਾਮ ਤੋਂ ਇਹ ਜ਼ਿੰਦਗੀ ਬੇਅਰਥ ਹੈ, ਵੇਸਟ ਹੈ। ਰਾਮ ਨਾਮ ਬਿਨ, ਰਾਮ ਨਾਮ ਬਿਨ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ, ਸਤਨਾਮ ਜੀ ਤੋਂ ਬਿਨਾਂ, ਸਤ ਕਰਤਾਰ ਜੀ ਤੋਂ ਬਿਨਾਂ ਬਿਰਥੇ ਜਗ ਜਨਮਾਂ। ਜਿੰਨੇ ਵੀ ਲੋਕ ਹਨ ਸਮਝੋ ਬਿਰਥੇ ਹਨ ਇਸ ਦੁਨੀਆ ਤੇ, ਇਸ ਜਗ ਤੇ ਜਨਮਾਂ ਜੰਮੇ ਹੋਏ। ਉਹਨਾਂ ਪੁੱਛਿਆ, ਸਤਿਗੁਰੂ ਜੀ ਕਈ ਲੋਕ ਇਸ ਰਸਨਾ ਨਾਲ ਵਿਖ ਬੋਲਦੇ ਹਨ, ਝੂਠ ਬੋਲਦੇ ਹਨ, ਮਾੜਾ ਬੋਲਦੇ ਹਨ, ਬੁਰਾ ਬੋਲ ਦਿੰਦੇ ਹਨ।
ਕਈ ਲੋਕ ਬੜੀ ਮਾੜੀ ਬੋਲੀ ਬੋਲਦੇ ਹਨ, ਮਿੱਠਤ ਨੂੰ ਭੁੱਲ ਜਾਂਦੇ ਹਨ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਚੰਗਿਆਈਆਂ ਦੇ ਤੱਤ ਨੂੰ ਭੁੱਲ ਬਹਿੰਦੇ ਹਨ। ਉਹਨਾਂ ਦਾ ਕੀ ਹਾਲ ਹੋਵੇਗਾ? ਉਹਨਾਂ ਦੇ ਐਸ ਦੁਨੀਆ ਤੇ ਤੁਰਨ ਫਿਰਨ ਦਾ ਕੋਈ ਲਾਭ ਹੈ? ਉਹਨਾਂ ਨੂੰ ਸ਼ਾਂਤੀ ਮਿਲੇਗੀ, ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ, ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਰਵਣ ਪੈ ਕਰਦੇ ਹਨ। ਜਨਮ ਸਾਖੀ ਭਾਈ ਬਾਲਾ ਵਾਲੀ, ਅੰਗ ਇਸ ਵੇਲੇ ਹੈ 433 433। ਸਤਿਗੁਰਾਂ ਨੇ ਗੁਰਬਾਣੀ ਉਚਾਰਨ ਕੀਤੀ। ਦੇਖੋ, ਦੁਨੀਆ ਤੇ ਜਿਹੜੇ ਬਿੱਖ ਖਾਂਦੇ ਹਨ ਉਹਨਾਂ ਦੀ ਬੋਲੀ ਬਿੱਖ ਹੋ ਜਾਂਦੀ ਹੈ। ਬਿੱਖ ਪੋਇਜ਼ਨ ਨੂੰ ਕਹਿੰਦੇ ਹਨ, ਜ਼ਹਿਰ ਨੂੰ ਆਖਦੇ ਹਨ। ਜਿਹੜੀਆਂ ਜ਼ਹਿਰ ਵਰਗੀਆਂ ਚੀਜ਼ਾਂ ਖਾਂਦੇ ਹਨ, ਵਿਕਾਰ ਖਾਂਦੇ ਹਨ, ਭੈੜੇ ਕਰਮ ਖਾਂਦੇ ਹਨ, ਕਿਉਂਕਿ ਜੋ ਜੋ ਖਾਂਦੇ ਹਨ ਉਹ ਸਾਰਾ ਅੰਦਰ ਉਤਰ ਜਾਂਦਾ ਹੈ, ਚਲਾ ਜਾਂਦਾ ਹੈ। ਬਿੱਖ ਖਾਵੇ, ਜ਼ਹਿਰ ਖਾਂਦੇ ਹਨ। ਖਾਣਾ ਵੀ ਭੁੱਲ ਜਾਂਦਾ ਹੈ, ਮੈਂ ਕੀ ਖਾਣਾ ਹੈ, ਕੀ ਨਹੀਂ ਖਾਣਾ। ਅਪੱਖ ਭਖਦੇ ਹਨ। ਅਪੱਖ ਕਹਿੰਦੇ ਨੇ ਉਹ ਖਾਣਾ ਹੈ ਜਿਹੜਾ ਮਾਨਸ ਦਾ ਨਹੀਂ, ਮਨੁੱਖ ਦਾ ਨਹੀਂ, ਬੰਦੇ ਦਾ ਨਹੀਂ। ਅਪੱਖ ਪੱਖ ਹੈ, ਪੱਖ ਤਜ ਛੋੜ ਹੈ। ਜਿਹੜਾ ਬੰਦੇ ਦਾ ਖਾਣਾ ਹੈ ਉਹਨੂੰ ਤਜ ਦਿੰਦੇ ਹਨ, ਛੱਡ ਦਿੰਦੇ ਹਨ, ਇਗਨੋਰ ਕਰ ਦਿੰਦੇ ਹਨ। ਬਿੱਖ ਖਾਵੇ, ਉਹਨੂੰ ਕਹਿੰਦੇ ਹਨ ਬਿੱਖ ਖਾਣਾ, ਜ਼ਹਿਰ ਖਾਣਾ। ਆਪਣੇ ਭੋਜਨ ਨੂੰ ਛੱਡ ਦੇਣਾ। ਛੋੜੈ ਅੰਨ ਕਰਹਿ ਪਖੰਡ, ਨਾ ਸੁਹਾਗਣ ਨਾ ਹੋਏ ਰੰਡ। ਬਿੱਖ ਖਾਵੇ, ਖਾਣ ਵੱਲ ਵੀ ਧਿਆਨ। ਇਹ ਸੰਤ ਜੀ ਜਿਹੜੇ ਨਹੀਂ ਦਿੰਦੇ, ਕਿਉਂਕਿ ਮਾਲਿਕ ਨੇ ਸਾਰਿਆਂ ਨੂੰ ਭੋਜਨ ਦਿੱਤਾ ਹੈ। ਇੱਕ ਮਾਸਾਹਾਰੀ, ਇੱਕ ਤ੍ਰਿਣ ਖਾਹੇ, ਇੱਕ ਮਾਸਾਹਾਰੀ। ਵੱਡੇ ਵੱਡੇ ਬਘਿਆੜ ਹਨ, ਉਹਨਾਂ ਨੂੰ ਦੰਦ ਦਿੱਤੇ ਹਨ। ਕੂਕਰਾਂ ਨੂੰ ਦੰਦ ਦਿੱਤੇ ਹਨ, ਸ਼ੇਰਾਂ ਨੂੰ ਦੰਦ ਦਿੱਤੇ ਹਨ। ਮਾਸਾਹਾਰੀ ਜਿਹੜੇ ਹਨ ਉਹਨਾਂ ਨੂੰ ਕਿੱਡੇ ਕਿੱਡੇ ਦੰਦ ਦਿੱਤੇ ਹਨ। ਬੰਦੇ ਨੂੰ ਆਪਣੇ ਦੰਦਾਂ ਵੱਲ ਤੱਕ ਕੇ ਦੇਖ ਲੈਣਾ ਚਾਹੀਦਾ ਹੈ, ਮੇਰਾ ਭੋਜਨ ਕਿਹੜਾ ਹੈ। ਹਰ ਭੋਜਨ ਅੰਮ੍ਰਿਤਸਾਰ ਨਾਮ ਦਾ ਭੋਜਨ ਦਿੱਤਾ ਹੈ ਮਾਨਸ ਨੂੰ। 36 ਪ੍ਰਕਾਰ ਦੇ ਹੋਰ ਵੀ ਭੋਜਨ ਦਿੱਤੇ ਹਨ। ਸੰਤ ਜੀ ਬਿਨਾਂ ਵਾਹਿਗੁਰੂ ਜੀ ਨੂੰ ਯਾਦ ਕਰਨ ਤੋਂ, ਸਤਨਾਮ ਜੀ ਨੂੰ ਯਾਦ ਕਰਨ ਤੋਂ ਬਿੱਖ ਖਾਂਦੇ ਹਨ। ਬਿੱਖ ਖਾਵੇ, ਬਿੱਖ ਬੋਲੀ ਬੋਲੇ। ਜੋ ਖਾਂਦੇ ਹਨ ਉਦਾਂ ਦਾ ਜ਼ਹਿਰ ਫਿਰ ਅੰਦਰੋਂ ਨਿਕਲਦਾ ਹੈ ਜ਼ਬਾਨ ਤੋਂ, ਜਿੱਦਾਂ ਦਾ ਜ਼ਬਾਨ ਦੇ ਨਾਲ ਖਾਧਾ ਹੋਇਆ ਹੁੰਦਾ ਹੈ। ਨਾਮ ਨਹੀਂ ਜਪਿਆ ਜਾਂਦਾ, ਐਵੇਂ ਹੀ ਭਰਮਦੇ ਰਹਿੰਦੇ ਹਨ। 100 ਸਾਲ ਜਿੰਨੀ ਵੀ ਉਮਰ ਹੈ, ਉੱਪਰ ਵੀ ਹੋ ਸਕਦੀ ਹੈ, ਵੱਧ ਘੱਟ ਵੀ ਹੋ ਸਕਦੀ ਹੈ, ਉਹ ਸਾਰੀ ਐਵੇਂ ਲੰਘ ਜਾਂਦੀ ਹੈ ਫਿਰਦਿਆਂ ਤੁਰਦਿਆਂ। ਬਿੱਖ ਖਾਵੇ, ਬਿੱਖ ਬੋਲੀ ਬੋਲੇ, ਬਿਨ ਨਾਵੇ ਨਹਿ ਫਲ ਮਰ ਭਰਮ ਨਾ। ਬਿਨਾਂ ਨਾਮ ਤੋਂ ਸੰਤ ਜੀ, ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਸਰਵਣ ਪੈ ਕਰਦੇ ਹਨ। ਭਾਈ ਬਾਲਾ ਜੀ ਦੱਸ ਰਹੇ ਹਨ ਕਿ ਇਸ ਤਰ੍ਹਾਂ ਸ਼ਬਦ ਦੁਆਰਾ ਸਤਿਗੁਰਾਂ ਨੇ ਉਹਨਾਂ ਸੰਤਾਂ ਨੂੰ ਸਮਝਾਇਆ। ਬਿੱਖ ਖਾਵੇ, ਬਿੱਖ ਬੋਲੀ ਬੋਲੇ, ਬਿਨ ਨਾਵੇ ਬਿਨਾ ਨਾਮ ਤੋਂ ਨਹਿ ਫਲ ਮਰ ਭਰਮ ਨਾ। ਉਂਝ ਵੀ ਮਾਨਸ ਜਨਮ ਪਾ ਕੇ ਵੀ ਭਰਮਦੇ ਰਹੇ ਤੇ ਮਰ ਕੇ ਵੀ ਭਰਮਦੇ ਰਹਿਣਗੇ 84 ਲੱਖ ਜੂਨ ਵਿੱਚ, ਜਿਹੜੀਆਂ ਜੂਨਾਂ ਕਦੀ ਮੁੱਕਣਗੀਆਂ ਨਹੀਂ। ਫਿਰ ਸੰਤਾਂ ਨੇ ਕਿਹਾ, ਸਤਿਗੁਰੂ ਜੀ ਕਈ ਬੜਾ ਗਿਆਨ ਧਿਆਨ ਕਰਦੇ ਹਨ ਦੁਨੀਆ ਤੇ, ਬੜੇ ਵਖਿਆਨ ਕਰਦੇ ਹਨ ਵਿਆਕਰਣ ਅਨੁਸਾਰ। ਸੰਧਿਆ ਵੇਲੇ ਜੋਤਾਂ ਜਗਾਉਂਦੇ ਹਨ, ਕਈ ਕੁਝ ਕਰਦੇ ਹਨ, ਹੋਰਨਾਂ ਨੂੰ ਸਮਝਾਉਂਦੇ ਹਨ। ਹਰ ਰੋਜ਼
ਸੰਧਿਆ ਕਰਮ ਵੀ ਕਰਦੇ ਹਨ, ਪਰ ਜਦੋਂ ਸੰਧਿਆ ਹੁੰਦੀ ਹੈ, ਦਿਨ ਮੁੱਕਦਾ ਹੈ, ਰਾਤ ਜੁੜਦੀ ਹੈ, ਸਤਿਗੁਰੂ ਜੀ ਆਪਣੇ ਆਪ ਨੂੰ ਨਹੀਂ ਸਮਝਦੇ ਕਿ ਸਾਡੀ ਵੀ ਸੰਧਿਆ ਹੋਣ ਵਾਲੀ ਹੈ। ਉਮਰ ਜਿਹੜੀ ਹੈ ਸਵੇਰ ਤੋਂ ਲੈ ਕੇ ਦੁਪਹਿਰ ਵੀ ਆਈ ਹੈ, ਸ਼ਾਮ ਵੀ, ਈਵਨਿੰਗ ਟਾਈਮ ਵੀ ਆ ਗਿਆ ਹੈ, ਗੁੱਡ ਨਾਈਟ ਵੀ ਆਉਣੀ ਹੈ, ਰਾਤ ਵੀ ਪੈਣੀ ਹੈ। ਸੰਧਿਆ ਕਰਦੇ ਜ਼ਰੂਰ ਹਨ, ਪਰ ਉਹਦਾ ਮਤਲਬ ਨਹੀਂ ਸਮਝਦੇ ਕਿ ਉਹਨਾਂ ਦਾ ਭਲਾ ਹੋ ਜਾਵੇਗਾ। ਸਤਿਗੁਰਾਂ ਨੇ ਹੁਕਮ ਕੀਤਾ, ਐ ਸੰਤ ਜੀ, ਪੁਸਤਕ ਪਾਠ ਵਿਆਕਰਨ ਵਖਾਣੈ। ਅੰਗ ਹੈ 1127। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ 1127। ਪੁਸਤਕ ਪਾਠ ਵਿਆਕਰਨ ਵਖਾਣੈ, ਸੰਧਿਆ ਕਰਮ ਤੇ ਕਾਲ ਕਰੈ। ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਮੁਕਤੀ ਨਹੀਂ ਮਿਲੇਗੀ ਬਿਨਾਂ ਵਾਹਿਗੁਰੂ ਜੀ ਦੇ ਨਾਮ ਜਪਣ ਤੋਂ, ਬਿਨਾਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਣ ਤੋਂ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਝ ਮਰੈ। ਬਿਨਾਂ ਰਾਮ ਦੇ ਨਾਮ ਤੋਂ, ਬਿਨਾਂ ਸਤਨਾਮ ਜੀ ਤੋਂ ਮੁਕਤੀ ਨਹੀਂ ਮਿਲ ਸਕਦੀ। ਇਸ ਪ੍ਰਾਣਾਂ ਵਾਲੇ, ਸਾਹਾਂ ਵਾਲੇ, ਪ੍ਰਾਣ ਸਾਹਾਂ ਨੂੰ ਕਹਿੰਦੇ ਹਨ, ਪ੍ਰਾਣੀ ਨੂੰ, ਇਸ ਬੰਦੇ ਨੂੰ। ਐਵੇਂ ਬਿਨਾਂ ਨਾਮ ਤੋਂ ਉਰਝ ਮਰ ਜਾਂਦਾ ਹੈ, ਉਲਝਿਆ ਰਹਿੰਦਾ ਹੈ ਦੁਨੀਆ ਵਿੱਚ। ਤੁਸਾਂ ਪੁੱਛਿਆ ਹੈ ਜਿਹੜੇ ਸਾਧੂ ਸੰਤ ਡੰਡ ਕਮੰਡਲ ਚੁੱਕੀ ਫਿਰਦੇ ਹਨ, ਸੰਤਾਂ ਨੇ ਪੁੱਛਿਆ ਸੀ, ਸਤਿਗੁਰੂ ਜੀ ਇਹਨਾਂ ਦਾ ਭਲਾ ਹੋ ਜਾਵੇਗਾ? ਮਹਾਰਾਜ ਕਹਿਣ ਲੱਗੇ, ਡੰਡ ਕਮੰਡਲ ਸਿੱਖਾ ਬੋਧੀ ਰੱਖਦੇ ਹਨ, ਸੂਤ ਧੋਤੀ ਤੀਰਥ ਗਮਨ ਅਤ ਭਰਮਨ ਕਰੇ। ਤੀਰਥਾਂ ਤੇ ਫਿਰਦੇ ਹਨ। ਮਹਾਰਾਜ ਕਹਿਣ ਲੱਗੇ, ਸੰਤ ਜੀ, ਰਾਮ ਨਾਮ ਬਿਨ ਸਾਤ ਨ ਆਵੈ, ਜਪ ਹਰ ਹਰ ਨਾਮ ਸੋ ਪਾਰ ਪਰੈ। ਬਿਨਾਂ ਰਾਮ ਦੇ ਨਾਮ ਤੋਂ ਜਿੰਨਾ ਮਰਜੀ ਇਹ ਭਰਮ ਲੈਣ, ਇਹ ਡੰਡ ਕਮੰਡਲ ਲਈ ਫਿਰਨ, ਇਹਨਾਂ ਨੂੰ ਸ਼ਾਂਤੀ ਨਾ ਮਿਲੇਗੀ। ਇਹ ਵਾਹਿਗੁਰੂ ਵਾਹਿਗੁਰੂ ਹਰ ਹਰ ਸਤਨਾਮ ਸਤਨਾਮ ਜਪਣਗੇ ਤਾਂ ਪਾਰ ਪਵਣਗੇ, ਤਾਂ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋਵੇਗੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਸੁਣ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਰਹੀ ਹੈ। ਜਿਹੜੇ ਸੰਤ ਸਾਧੂ ਪੁੱਛ ਰਹੇ ਹਨ, ਫਿਰ ਕਹਿੰਦੇ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਜਟਾਂ ਰੱਖੀਆਂ ਹੋਈਆਂ ਹਨ, ਸਵਾਹ ਮਲੀ ਹੋਈ ਹੈ, ਨਗਨ ਹਨ, ਉਹਨਾਂ ਦਾ ਭਲਾ ਹੋਵੇਗਾ। ਸਤਿਗੁਰਾਂ ਨੇ ਹੁਕਮ ਕੀਤਾ, ਜਟਾ ਮੁਕਟ, ਜਟਾਂ ਰਖਾਈਆਂ ਹੋਈਆਂ ਹਨ, ਤਨ ਭਸਮ ਲਗਾਈ, ਸਰੀਰ ਤੇ ਭਸਮ ਸਵਾਹ ਮਲੀ ਹੋਈ ਹੈ, ਬਸਤਰ ਛੋੜ, ਕੱਪੜੇ ਨਹੀਂ ਪਾਉਂਦੇ, ਤਨ ਨਗਨ ਭਇਆ, ਤਨ ਬੋਡੀ ਨੂੰ ਨਗਨ ਕੀਤਾ ਹੋਇਆ ਹੈ। ਸੰਤ ਜੀ, ਇੰਜ ਵੀ ਮੁਕਤੀ ਨਹੀਂ ਮਿਲਦੀ, ਇਹਨਾਂ ਨੂੰ ਕਦੀ ਤ੍ਰਿਪਤੀ ਨਹੀਂ ਆਵੇਗੀ। ਰਾਮ ਨਾਮ ਬਿਨ ਤ੍ਰਿਪਤ ਨਾ ਆਵੇ, ਇਹਨਾਂ ਨੂੰ ਤ੍ਰਿਪਤੀ ਨਹੀਂ ਆਵੇਗੀ, ਸੰਤੋਖ ਨਹੀਂ ਆਵੇਗਾ, ਜਿੰਨਾ ਮਰਜੀ ਇਸ ਤਰ੍ਹਾਂ ਕਰਦੇ ਰਹਿਣ। ਕਿਰਤ ਕੈ ਬਾਂਧੈ ਭੇਖ ਪਿਆ, ਕਿਰਤ ਵਾਸਤੇ ਇਹ ਭੇਖ ਇਹਨਾਂ ਨੇ ਕਈ ਵਾਰੀ ਧਾਰਨ ਕੀਤਾ ਹੈ। ਜੇ ਤਾਂ ਦਿਲੋਂ ਜੁੜੇ ਹੋਏ ਹਨ ਪਰਮੇਸ਼ਰ ਨਾਲ, ਤਾਂ ਇਹਨਾਂ ਦਾ ਕੀਤਾ ਹੋਇਆ ਸਫਲਾ ਹੈ। ਤੇ ਜੇ ਰਾਮ ਦਾ ਨਾਮ ਇਹਨਾਂ ਦੇ ਹਿਰਦੇ ਵਿੱਚ ਨਹੀਂ, ਭਸਮ ਵੱਲ ਧਿਆਨ ਹੈ, ਸ਼ਕਲ ਵੱਲ ਧਿਆਨ ਹੈ, ਆਪਣੇ ਪਹਿਰਾਵੇ ਵੱਲ ਧਿਆਨ ਹੈ, ਤਾਂ ਸਤਿਗੁਰੂ ਜੀ ਆਖਣ ਲੱਗੇ, ਸੰਤ ਜੀ, ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਭਇਆ, ਰਾਮ ਨਾਮ ਬਿਨ ਤ੍ਰਿਪਤ ਨ ਆਵੈ, किरत कै बांधै भेख पया। फिर किरत वास्ते भेख दिखाए जगत को, लोगन को बस कीन, ते फल की मिलेगा अंत काल काती कटियो बास नरक मोलीन। ये भेख भी तां चंगे लगते हैं जे इन्हां भेखां दे विच सतनाम श्री वाहिगुरु हिरदे दे विच मन जुड़िया होवे, चित जुड़िया होवे। जेते जी जंत जल थल महियल
महाराज कहन लगे संत जी जिन्ने भी जल दे विच थलां दे विच 42 लख जी जल में होते। हुण सतगुरु जी कहंदे हन संत जी रब नूं मन्निया करो, सतनाम जी नूं मन्निया करो, आख्या करो जेते जी जंत जल थल महियल। वाहिगुरु जी जतर कतर तू सरब जियां, जिथे किथे भी वाहिगुरु जी आप ही हन, तू आप ही है मेरे मालिका। गुर प्रसाद राख ले जन को। हुण मालिक दे चरनां नाल धन गुरु नानक साहब जी आप जुड़े हुए फरमा रहे हैं। गुर प्रसाद राख ले जन को, हर रस नानक झोल पिया। ऐ संत जी नाम दा रस जिहड़ा है वो झोल के, जिवें दुध विच खंड घुल जाती है, लस्सी विच खंड घुल जाती है, घोल के हिला के मन नूं शांति हो जाती है पीण नाल, तिवें नाम दा रस जिहड़ा है वो झोल के पिया करो। आ जिहड़ा माया दा झोला है इहदे तों बचिया करो। पवन चुलारे माया दे हर के भगत सदा फिर से। जिहड़े वाहिगुरु जी दे भगत हन संत जी, जिवें तुसीं जुड़े होए हो और इहो जिहियां गल्लां जड़ियां हन अकाल पुरख दे दर करदियां पुछ रहे हो, वो सदा टिके रहंदे हन। उन्हां दी हालात वो बन जांदी है। गौड़ी महला पंजवां फिर घर बैसो हरजन प्यारे, सतगुर तुमरे काज सवारे। उन्हां दा मन टिक जांदा है। उन्हां दे जिहड़े कारज आद हन सब अकाल पुरख वाहिगुरु सवार दिंदे हन। ते बिना नाम तो आ जो कुछ भी तुसां पुछिया है कदी भी मुक्ति नहीं मिलती बिना वाहिगुरु जी दे सिमरन तो, नाम तो। सो प्यारिओ जपिया करो सतनाम श्री वाहिगुरु। ये साखी सी 432 433 अंग है। साखी संतां नाल होई ते जन्म साखी है भाई बाला जी वाली, जिहड़ी पैड़ा मोखा जी ने लिखी, ट्रांसलेट भी की। वो जिहड़ी जन्म पत्री सी ਅਤੇ ਭਾਈ ਬਾਲਾ ਜੀ ਨਾਲ ਰਹਿੰਦੇ ਸਨ। ਭਾਈ ਮਰਦਾਨਾ ਜੀ ਜੋ ਇਹਨਾਂ ਤੱਕਿਆ ਉਹ ਵੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੱਸਿਆ। ਅੱਜ ਅਸੀਂ ਸੁਣ ਕੇ ਆਪਣੇ ਮਨ ਨਾਲ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਸੇਵਾ ਕਰਦਿਆਂ ਬੜੀਆਂ ਭੁੱਲਾਂ ਹੋ ਗਈਆਂ ਹਨ। ਸਤਿਗੁਰੂ ਜੀ साध संगत जी दास नूं खिमा कर दिओ, मैं भुलणहार हाँ। वाहिगुरु जी का खालसा, वाहिगुरु जी की फतेह।